गोली चलन कारण बुखलाई भीड़ ने ब्रिटिश बैरकां ते हमला बोल दिता। जो भी अंग्रेज सामने पिया वो मारिया गया। तार दे खंबियां नूं पुट दिता गया। सरकारी इमारतां नूं अग ला दित्ती गई। 13 अप्रैल 1919 ਦੀ ਵਿਸਾਖੀ ਲਾਲ ਸੀ। ਅੰਮ੍ਰਿਤਸਰ ਵਿੱਚ ਵਿਸਾਖੀ ਦੇ ਮੇਲੇ ਸੱਜ ਚੁੱਕੇ ਸਨ। ਹਜ਼ਾਰਾਂ ਦੀ ਤਾਦਾਦ 'ਚ ਲੋਕ ਹਰਮੰਦਰ ਸਾਹਿਬ ਮੱਥਾ ਟੇਕਣ ਲਈ ਇਕੱਠਾ ਹੋਣ ਲੱਗੇ ਸਨ ਕਿ ਉਸੇ ਵਕਤ ਸਾਰੇ ਸ਼ਹਿਰ ਵਿੱਚ ਐਲਾਨ ਕੀਤਾ ਜਾਣ ਲੱਗਾ। कोशिश करेगा उसको गिरफ्तार करके उस पे मुकदमा चलाया जाएगा। सुनो सुनो अजीब निजाम है। ਜਦੋਂ ਅਸੀਂ ਆਪਣੇ ਘਰਾਂ ਤੋਂ ਬਾਹਰ ਨਿਕਲਦੇ ਹਾਂ ਤਾਂ ਕਹਿੰਦੇ ਨੇ ਘਰਾਂ ਤੋਂ ਅੰਦਰ ਜਾਓ। ਓਏ ਇਹਨਾਂ ਦਾ ਬਸ ਚੱਲੇ ਤਾਂ ਸਾਡੀਆਂ ਅਰਦਾਸਾਂ ਤੇ ਵੀ ਪਾਬੰਦੀ ਲਾ ਦੇਣ। ਜਲਿਆਂਵਾਲਾ ਬਾਗ ਵਿੱਚ ਸਭਾ ਬੁਲਾਈ ਹੈ। ਚਲਾ ਚਲਦੇ ਹਾਂ, ਲੋਕਾਂ ਦੀ ਭੀੜ ਹੋਵੇਗੀ। ਜਲਿਆਂਵਾਲਾ ਬਾਗ ਵਿੱਚ ਕਈ ਹਜ਼ਾਰ ਲੋਕ ਇਕੱਠੇ ਹੋ ਚੁੱਕੇ ਸਨ ਅਤੇ ਸੀਆਈਡੀ ਦੇ ਬੰਦੇ ਵੀ ਵੇਖੇ ਗਏ ਸਨ। ਹੰਸਰਾਜ ਜੀ ਨੇ ਡਾਕਟਰ ਕਿਚਲੂ ਦੀ ਤਸਵੀਰ ਸਟੇਜ ਤੇ ਟਿਕਾ ਕੇ ਆਖਿਆ, ਅੱਜ ਸਭਾ ਦੀ ਪ੍ਰਧਾਨਗੀ ਡਾਕਟਰ ਕਿਚਲੂ ਦੀ ਗੈਰ ਹਾਜ਼ਰੀ 'ਚ ਉਹਨਾਂ ਦੀ ਇਹ ਤਸਵੀਰ ਕਰੇਗੀ। ਗੋਪੀਨਾਥ ਨੇ ਕਿਹਾ ਕਿ ਹੁਣ ਸਰਕਾਰ ਲੋਕਾਂ ਦੀ ਫਰਿਆਦ ਨਹੀਂ ਸੁਣਦੀ। ਦੀਨਾਨਾਥ ਅਤੇ ਡਾਕਟਰ ਗੁਰਬਖਸ਼ ਰਾਏ ਵੀ ਬੋਲਣ ਲਈ ਕਨਈਆ ਲਾਲ ਭਾਟੀਆ ਖੜੇ ਹੋ ਗਏ। ਭਰਾਵੋ ਮੇਰੇ ਵੀਰੋ, ਤੁਹਾਡੀ ਆਜ਼ਾਦੀ ਨੂੰ ਵੀ ਉਹੀ ਹੱਥਕੜੀਆਂ ਪਾਈਆਂ ਗਈਆਂ ਨੇ ਜਿਨ੍ਹਾਂ ਵਿੱਚ ਸੈਫੂਦੀਨ ਕਿਚਲੂ ਤੇ ਡਾਕਟਰ ਸਤਪਾਲ ਨੂੰ ਜਕੜਿਆ ਗਿਆ ਹੈ। ਅਸੀਂ ਸਾਰਿਆਂ ਨੇ ਮਿਲ ਕੇ ਉਹਨਾਂ ਹੱਥਕੜੀਆਂ ਨੂੰ ਤੋੜਨਾ ਹੈ। ਕਨਈਆ ਲਾਲ ਆਪਣੀ ਸਪੀਚ ਦੇ ਹੀ ਰਹੇ ਸਨ ਕਿ ਇਸੇ ਦੌਰਾਨ ਜਨਰਲ ਡਾਇਰ ਨੇ ਆਪਣੀ ਪੁਲਿਸ ਫੋਰਸ ਨਾਲ ਦਾਖਲ ਹੋ ਕੇ ਮੇਨ ਗੇਟ ਬੰਦ ਕਰਵਾ ਦਿੱਤਾ। ਲੋਕਾਂ ਵਿੱਚ ਬੇਚੈਨੀ ਅਤੇ ਖੌਫ ਦੀ ਲਹਿਰ ਦੌੜ ਗਈ। ਕਨਈਆ ਲਾਲ ਆਪਣਾ ਬੋਲਣਾ ਜਾਰੀ ਰੱਖਦੇ ਰਹੇ। ਅਸੀਂ ਆਪਣੇ ਸਾਥੀਆਂ ਦੀ ਗ੍ਰਿਫਤਾਰੀ ਦਾ ਵਿਰੋਧ ਕਰਦੇ ਹਾਂ ਅਤੇ ਪੁਰਜ਼ੋਰ ਆਵਾਜ਼ ਵਿੱਚ ਉਹਨਾਂ ਦੀ ਰਿਹਾਈ ਦੀ ਮੰਗ ਕਰਦੇ ਹਾਂ। Take the position, ਜਵਾਨ। ਜਿੱਥੇ ਬੈਠੇ ਹੋ ਉੱਥੇ ਬੈਠੇ ਰਹੋ। ਮੈਂ ਕਹਿ ਰਿਹਾ ਜਿੱਥੇ ਬੈਠੇ ਹੋ ਉੱਥੇ ਬੈਠੇ ਰਹੋ। ਉੱਠਣ ਦੀ ਲੋੜ ਨਹੀਂ ਹੈ। ਜਵਾਨ ਫਾਇਰ ਕਰੇਗਾ। ਡਾਇਰ ਦੇ ਫੌਜੀ ਸਿਪਾਹੀਆਂ ਨੇ ਹਜ਼ਾਰਾਂ ਲੋਕਾਂ ਦੀ ਨਿਹੱਤੀ ਭੀੜ ਤੇ ਗੋਲੀਆਂ ਦੀ ਬਰਸਾਤ ਕਰ ਦਿੱਤੀ। ਗੋਲੀਆਂ ਚੱਲਦੀਆਂ ਰਹੀਆਂ ਜਦੋਂ ਤੱਕ ਜ਼ਾਲਮਾਂ ਦੇ ਕਾਰਤੂਸ ਮੁੱਕ ਨਹੀਂ ਗਏ। ਗੋਲੀਆਂ ਦੀ ਮਾਰ ਤੋਂ ਬਚਣ ਲਈ ਲੋਕ ਜਿਹੜੇ ਵੀ ਪਾਸੇ ਨੱਸਦੇ, ਬੰਦੂਕ ਦੀ ਨਲੀ ਉਸੇ ਤਰਫ ਹੋ ਜਾਂਦੀ। ਬਾਗ ਦੇ ਅੰਦਰ ਇੱਕ ਖੂਹ ਸੀ। ਮਾਵਾਂ ਨੇ ਆਪਣੇ ਬੱਚਿਆਂ ਨੂੰ ਛਾਤੀਆਂ ਨਾਲ ਲਾ ਕੇ ਜਾਨਾਂ ਬਚਾਉਣ ਦੀ ਉਮੀਦ 'ਚ ਖੂਹ ਅੰਦਰ ਛਾਲਾਂ ਮਾਰ ਦਿੱਤੀ। 1650 ਗੋਲੀਆਂ ਚਲਵਾਈਆਂ। 1000 ਤੋਂ ਵੱਧ ਲੋਕ ਮਾਰੇ ਗਏ। ਖੂਹ ਅੰਦਰੋਂ ਕਾਫੀ ਲਾਸ਼ਾਂ ਕੱਢੀਆਂ ਗਈਆਂ। ਮਰਨ ਵਾਲਿਆਂ ਵਿੱਚ 42 ਬੱਚੇ ਉਹ ਵੀ ਸਨ ਜਿਨ੍ਹਾਂ ਦੀ ਉਮਰ 7 ਮਹੀਨਿਆਂ ਤੋਂ ਘੱਟ ਸੀ। ਮੈਂ ਲਾਇਲਪੁਰ ਜ਼ਿਲ੍ਹੇ ਦਾ ਇੱਕ 12 ਸਾਲ ਦਾ ਬੱਚਾ ਜਲਿਆਂਵਾਲਾ ਬਾਗ ਦੀ ਲਹੂ ਨਾਲ ਤਪਦੀ ਧਰਤੀ ਉੱਤੇ ਖੜਾ ਵੇਖਿਆ। ਉਸਨੇ ਗਰਮ ਲਹੂ ਨਾਲ ਭਿੱਜੀ ਮਿੱਟੀ ਨੂੰ ਆਪਣੇ ਹੱਥਾਂ ਵਿੱਚ ਲਿਆ। ਉਸ ਦੀ ਹਥੇਲੀ ਮੁੱਠੀ ਬਣ ਗਈ। ਲਹੂ 'ਚ ਜਜ਼ਬ ਮਿੱਟੀ ਨੇ ਉਸ ਦਾ ਨਾਂ ਲਿਆ, ਭਗਤ ਸਿੰਘ। 12 ਸਾਲ ਦੇ ਭਗਤ ਸਿੰਘ ਦੇ ਦਿਮਾਗ 'ਚ ਜਲਿਆਂਵਾਲਾ ਬਾਗ ਦੀਆਂ ਯਾਦਾਂ ਫਿੱਕੀਆਂ ਪੈਂਦੀਆਂ। ਇਸ ਤੋਂ ਪਹਿਲਾਂ ਗਾਂਧੀ ਜੀ ਨੇ ਅਸਹਿਯੋਗ ਅੰਦੋਲਨ ਦਾ ਐਲਾਨ ਕਰ ਦਿੱਤਾ। ਲੋਕਾਂ ਨੇ ਆਪਣੇ ਮੱਥਿਆਂ ਉੱਤੇ ਵਿਰੋਧ ਦਰਸਾਉਣ ਲਈ ਕਾਲੀਆਂ ਪੱਗਾਂ ਬੰਨ੍ਹ ਲਈਆਂ। ਭਗਤ ਸਿੰਘ ਨੇ ਵੀ ਕਾਲੀ ਪੱਗ ਬੰਨ੍ਹ ਲਈ ਅਤੇ ਆਪਣੇ ਉਸਤਾਦ ਕਰਤਾਰ ਸਿੰਘ ਸਰਾਭਾ ਦੀ ਤਸਵੀਰ ਨੂੰ ਹਿੱਕ ਲਾ ਕੇ ਆਪਣੀ ਛੋਟੀ ਭੈਣ ਅਮਰ ਕੌਰ ਨਾਲ ਗੁਰਮੁਖੀ ਪੜ੍ਹਨੀ ਸ਼ੁਰੂ ਕਰ ਦਿੱਤੀ। ਵੀਰੇ
विच किसदी तस्वीर होंदी है? ये मेरा भरा है, मेरा साथी है सराबे दा करतार सिंह। ये तो मेरा गुरु है अमरो। अच्छा, ओ लुधियाने वाला। लुधियाने वाला भी अते भारत वाला भी। ਉਹੀ 19 ਸਾਲਾਂ ਦਾ ਕਰਤਾਰ ਜਿਨੇ ਭਾਰਤ ਮਾਤਾ ਦੀ ਜੈ ਬੋਲੀ ਅਤੇ ਫਾਂਸੀ ਦੇ ਫੰਦੇ ਨੂੰ ਚੁੰਮਿਆ ਬਾਰ-ਬਾਰ ਜਨਮ ਲੈਣ ਲਈ। ਹੁਣ ਸਮਝ ਵਿੱਚ ਆ ਗਈ। ਕਰਤਾਰ ਸਿੰਘ ਨੂੰ ਆਪਣਾ ਆਦਰਸ਼ ਮੰਨਣ ਵਾਲਾ ਬੰਗਾ ਪਿੰਡ ਲਾਇਲਪੁਰ ਦਾ ਭਗਤ ਸਿੰਘ ਲਾਹੌਰ ਦੇ ਡੀਏਵੀ ਸਕੂਲ ਵਿੱਚ ਪੜ੍ਹਦਿਆਂ ਵੱਡਾ ਹੋਣ ਲੱਗਾ। ਸਵਾਮੀ ਦਇਆਨੰਦ ਸਰਸਵਤੀ ਅਤੇ ਸਵਾਮੀ ਵਿਵੇਕਾਨੰਦ ਦੇ ਵਿਚਾਰ ਉਸ ਦੇ ਮਨ 'ਚ ਗੂੰਜਦੇ। ਅੱਖਾਂ ਅੱਗੇ ਇਨਕਲਾਬੀ ਚਾਚਾ ਅਜੀਤ ਸਿੰਘ ਅਤੇ ਸ਼ਹੀਦ ਚਾਚਾ ਸਵਰਨ ਸਿੰਘ ਦੀ ਤਸਵੀਰ ਜਾਗ ਪੈਂਦੀ ਅਤੇ ਕਦੀ ਮਹਾਤਮਾ ਗਾਂਧੀ ਦੀ ਅਹਿੰਸਾ ਦੀ ਤਾਕਤ ਉਸ ਨੂੰ ਆਪਣੇ ਵੱਲ ਖਿੱਚ ਰਹੀ ਸੀ। ਇਸੇ ਦੌਰਾਨ 5 ਫਰਵਰੀ 1922 ਨੂੰ ਚੌਰੀ ਚੌਰਾ ਵਿਖੇ ਇੱਕ ਘਟਨਾ ਵਾਪਰ ਗਈ। ਪੁਲਿਸ ਨੇ ਨਿਹੱਥੇ ਪ੍ਰਦਰਸ਼ਨਕਾਰੀਆਂ ਤੇ ਗੋਲੀਆਂ ਚਲਾ ਦਿੱਤੀਆਂ। ਗੁੱਸੇ 'ਚ ਆਏ ਲੋਕਾਂ ਨੇ ਚੌਰੀ ਚੌਰਾ ਦੇ ਥਾਣੇ ਦਾ ਘਿਰਾਵ ਕਰਕੇ ਅੱਗ ਲਾ ਦਿੱਤੀ। ਥਾਣੇ ਵਿੱਚ ਜਿੰਨੇ ਵੀ ਪੁਲਿਸ ਕਰਮੀ ਸਨ ਮਾਰੇ ਗਏ। ਚੌਰੀ ਚੌਰਾ ਦੀ ਘਟਨਾ ਤੋਂ ਦੁਖੀ ਹੋ ਕੇ ਗਾਂਧੀ ਜੀ ਨੇ ਅਸਹਿਯੋਗ ਅੰਦੋਲਨ ਵਾਪਸ ਲੈ ਲਿਆ। ਭਗਵਤੀ ਚਰਨ ਵੋਰਾ ਅਤੇ ਸੁਖਦੇਵ ਥਾਪਰ ਵਰਗੇ ਸਾਥੀਆਂ ਨਾਲ ਲਾਹੌਰ ਦੇ ਨੈਸ਼ਨਲ ਕਾਲਜ ਵਿੱਚ ਭਗਤ ਸਿੰਘ ਦੇ ਇਨਕਲਾਬੀ ਵਿਚਾਰ ਹੋਰ ਮਜ਼ਬੂਤ ਹੋਣ ਲੱਗੇ। ਭਗਤ ਸਿੰਘ ਦੇ ਬਦਲਦੇ ਤੇਵਰ ਵੇਖ ਉਹਨਾਂ ਦਾ ਪਰਿਵਾਰ ਫਿਕਰਮੰਦ ਹੋ ਗਿਆ। ਭਗਤ ਸਿੰਘ ਦੇ ਵਿਆਹ ਦੀ ਗੱਲ ਸ਼ੁਰੂ ਹੋ ਗਈ। ਬਚਨ ਦਾ ਕੋਈ ਰਾਹ ਨਾ ਵੇਖ ਭਗਤ ਸਿੰਘ ਨੇ ਆਪਣੇ ਪਿਤਾ ਨੂੰ ਇੱਕ ਖੱਤ ਲਿਖਿਆ ਅਤੇ ਵਤਨ ਦੀ ਖਿਦਮਤ ਲਈ ਨਿਕਲ ਪਏ। पूज्य पिताजी नमस्ते। मेरी जिंदगी मकसद आला मतलब आज़ादी हिंद के असूलों ਲਈ वक्फ हो चुकी है। इसलिए मेरी जिंदगी विच आराम ਅਤੇ संसारक इच्छा की कोई कशिश नहीं है। ਤੁਹਾਨੂੰ ਚੇਤੇ ਹੋਵੇਗਾ ਨਿੱਕੇ ਹੁੰਦਿਆਂ ਬਾਪੂ ਜੀ ਨੇ ਮੇਰੇ ਜੰਜੂ ਦੇ ਸਮੇਂ ਐਲਾਨ ਕੀਤਾ ਸੀ ਕਿ ਮੈਨੂੰ ਖਿਦਮਤ ਵਤਨ ਲਈ ਵਕਫ ਕੀਤਾ ਗਿਆ ਹੈ। ਇਸ ਲਈ मैं उस वक्त के वायदे ਨੂੰ पूरा कर रहा हाँ। उम्मीद है कि तुसी मैनू माफ़ कर दोगे। तुहाडा ताबेदार भगत सिंह। ਭਗਤ ਸਿੰਘ ਲਾਹੌਰ ਤੋਂ ਕਾਨਪੁਰ ਆ ਗਏ ਅਤੇ ਗਣੇਸ਼ ਸ਼ੰਕਰ ਵਿਦਿਆਰਥੀ ਦੇ ਕ੍ਰਾਂਤੀਕਾਰੀ ਅਖਬਾਰ ਪ੍ਰਤਾਪ ਵਿੱਚ ਬਲਵੰਤ ਸਿੰਘ ਦੇ ਨਾਂ ਹੇਠ ਲਿਖਣਾ ਸ਼ੁਰੂ ਕੀਤਾ। अगस्त 1925 ਦਾ ਦਿਨ ਇੱਕ 8 ਡਾਊਨ ਪੈਸੇਂਜਰ ਟ੍ਰੇਨ ਸ਼ਾਹਜਹਾਨਪੁਰ ਦੇ ਛੋਟੇ ਸਟੇਸ਼ਨ ਤੋਂ ਰਵਾਨਾ ਹੋਈ। ट्रेन मील 1.5 मील अगे चल के काकोरी स्टेशन ते पहुंचने वाली सी कि राजेंद्र लहरी ने चेन खिंच के गड्डी रोक ली। गोली चलदिया ही हफड़ा दफड़ी मच गई। ਤੁਸੀਂ ਲੋਕ ਡਰੋ ਨਹੀਂ, ਅਸੀਂ ਕਿਸੇ ਨੂੰ ਕੁਝ ਨਹੀਂ ਕਵਾਂਗੇ। ਸਾਡਾ ਮਕਸਦ ਸਰਕਾਰੀ ਖਜ਼ਾਨੇ ਨੂੰ ਲੁੱਟਣਾ ਹੈ, ਆਪਣੇ ਭਰਾਵਾਂ ਨੂੰ ਮਾਰਨਾ ਨਹੀਂ। बक्से का चंद्रा टूट नहीं रहा सी। चंद्र शेखर आजाद ने अपने माउजर का ढिड चंद्रे ते खाली कर दिया। वेखते वेखते इनकलाबी खजाना लुट के नस गए। अंग्रेजी महकमे विच हफड़ा दफड़ी पै गई। चंद्र शेखर आजाद ਅਤੇ ਮੁਕੰਦੀ ਲਾਲ ਨੂੰ ਛੱਡ ਕੇ ਹਿੰਦੁਸਤਾਨ ਰਿਪਬਲਿਕਨ ਪਾਰਟੀ ਦੀ ਪਹਿਲੀ ਲਾਈਨ ਦੇ ਸਾਰੇ ਬੰਦੇ ਫੜੇ ਗਏ। ਆਜ਼ਾਦੀ ਦੀ ਅਧੂਰੀ ਕਸਰ ਲੈ ਕੇ ਭਗਤ ਸਿੰਘ ਲਾਹੌਰ ਵਾਪਸ ਪਰਤ ਆਏ ਅਤੇ ਲਾਹੌਰ 'ਚ ਨੌਜਵਾਨਾਂ ਦੇ ਕ੍ਰਾਂਤੀਕਾਰੀ ਜੱਥੇ ਨੌਜਵਾਨ ਭਾਰਤ ਸਭਾ ਦੀ ਸਥਾਪਨਾ ਕੀਤੀ। ਫਿਰ ਸੋਹਣ ਸਿੰਘ ਜੋਸ਼ ਦੇ ਅਖਬਾਰ ਕੀਰਤੀ ਵਿੱਚ ਸ਼ਾਮਲ ਹੋ ਕੇ ਵਿਦਰੋਹੀ ਨਾਂ ਹੇਠ ਲੇਖ ਲਿਖਣੇ ਸ਼ੁਰੂ ਕਰ ਦਿੱਤੇ। ਲਹੂ ਵਿੱਚ ਦੱਬੀ ਚੰਗਾਰੀ ਲਫ਼ਜ਼ ਬਣ ਕੇ ਕੀਰਤੀ ਦੇ ਪੰਨਿਆਂ ਤੇ ਮੱਗਣ ਲੱਗੀ। 17 ਦਸੰਬਰ 1927 ਨੂੰ ਕਾਕੋਰੀ ਕਾਂਡ ਦੇ ਵੀਰ ਰਾਜਿੰਦਰ ਨਾਥ ਲਹਿਰੀ ਨੂੰ ਗੋਂਡਾ ਜੇਲ੍ਹ ਵਿੱਚ ਫਾਂਸੀ ਦਿੱਤੀ ਗਈ। 19 ਦਸੰਬਰ 1927 ਦੇ ਦਿਨ ਰਾਮ ਪ੍ਰਸਾਦ ਬਿਸਮਿਲ ਨੂੰ ਗੋਰਖਪੁਰ ਜੇਲ੍ਹ, ਅਸ਼ਫਾਕ ਉੱਲਾ ਖਾਨ ਨੂੰ ਫੈਜ਼ਾਬਾਦ ਜੇਲ੍ਹ ਅਤੇ ਰੋਸ਼ਨ ਸਿੰਘ ਨੂੰ ਇਲਾਹਾਬਾਦ ਜੇਲ੍ਹ ਵਿੱਚ ਫਾਂਸੀ ਦਿੱਤੀ ਗਈ। ਫਾਂਸੀ ਦੇ ਫੰਦੇ ਵੱਲ ਜਾਂਦੇ ਹੋਏ ਬਿਸਮਿਲ ਨੇ ਆਵਾਜ਼ ਲਗਾਈ, वंदे मातरम, वंदे मातरम। मालिक तेरी रजा रहे
और तू ही तू रहे, बाकी न मैं रहूं न मेरी आरज़ू रहे। जब तक कि तन में जान रगों में लहू रहे, तेरा ही जिक्र यार तेरी आरज़ू रहे। I wish the downfall of British Empire. I wish the downfall of British Empire. अब न अहले वलवले हैं और न अरमानों की भीड़। एक मिट जाने की हसरत अब दिले बिस्मिल में है, अब दिले बिस्मिल में है। वंदे मातरम, वंदे मातरम। ਰੱਸਾ ਖਿੱਚਿਆ ਗਿਆ ਅਤੇ ਕਾਕੋਰੀ ਦੇ ਵੀਰ ਫਾਂਸੀ ਤੇ ਲਟਕ ਗਏ। ਕੀਰਤੀ ਅਖਬਾਰ ਵਿੱਚ ਭਗਤ ਸਿੰਘ ਦੀ ਕਲਮ ਅੱਗ ਦੀਆਂ ਲਪਟਾਂ ਛੱਡ ਰਹੀ ਸੀ। ਉਹ ਅੰਗਰੇਜ਼ੀ ਹਕੂਮਤ ਦੀਆਂ ਅੱਖਾਂ ਵਿੱਚ ਰੜਕਣ ਲੱਗੇ ਸੀ। ਉਸੇ ਦੌਰਾਨ ਲਾਹੌਰ ਦੇ ਦੁਸ਼ਹਿਰੇ ਮੇਲੇ ਵਿੱਚ ਇੱਕ ਧਮਾਕਾ ਹੋ ਗਿਆ। ਇਲਜ਼ਾਮ ਭਗਤ ਸਿੰਘ ਦੇ ਸਿਰ ਤੇ ਪਿਆ ਅਤੇ ਉਸ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ। ਪਰ ਛੇਤੀ ਹੀ ਸਬੂਤਾਂ ਦੀ ਘਾਟ ਕਰਕੇ ਉਹ ਰਿਹਾ ਹੋ ਗਏ। ਸਾਈਮਨ ਕਮਿਸ਼ਨ 30 ਅਕਤੂਬਰ ਨੂੰ ਲਾਹੌਰ ਪਹੁੰਚਣ ਵਾਲਾ ਸੀ। ਨੌਜਵਾਨ ਭਾਰਤ ਸਭਾ ਨੇ ਲਾਹੌਰ 'ਚ ਮੁਖਾਲਫਤ ਦਾ ਝੰਡਾ ਚੱਕ ਲਿਆ। ਲਾਲਾ ਲਾਜਪਤ ਰਾਏ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਸਨ। ਸਾਈਮਨ ਕਮਿਸ਼ਨ ਗੋ ਬੈਕ, ਸਾਈਮਨ ਕਮਿਸ਼ਨ ਗੋ ਬੈਕ ਦੇ ਨਾਰਿਆਂ ਨਾਲ ਅਸਮਾਨ ਗੂੰਜ ਰਿਹਾ ਸੀ। ਲਾਲਾ ਜੀ ਅਤੇ ਆਜ਼ਾਦੀ ਦੇ ਪਰਵਾਨੇ ਅੱਗੇ ਵਧ ਰਹੇ ਸਨ ਕਿ ਲਾਹੌਰ ਦੇ ਐਸਪੀ ਜੇਮਸ ਏ ਸਕਾਟ ਨੇ ਲਾਠੀ ਚਾਰਜ ਕਰ ਦਿੱਤਾ। ਪੁਲਿਸ ਦੀਆਂ ਡਾਂਗਾਂ ਲਾਲਾ ਜੀ ਦੇ ਸਿਰ ਤੇ ਵੱਜੀ ਤੇ ਉਹ ਪੁੰਜੇ ਡਿੱਗ ਪਏ। ਇਹ ਜੋ ਤੁਸੀਂ ਮੈਨੂੰ ਡੰਡਿਆਂ ਨਾਲ ਕੁੱਟਿਆ ਏ, ਇਹ ਬ੍ਰਿਟਿਸ਼ ਸਰਕਾਰ ਦੇ ਤਾਬੂਤ ਦੀ ਆਖਰੀ ਮੇਖ ਸਾਬਤ ਹੋਏਗੀ। ਡਾਂਗਾਂ ਦੇ ਨਿਸ਼ਾਨ ਲਾਲਾ ਜੀ ਦੇ ਸਰੀਰ ਤੇ ਨਹੀਂ, ਹਿੰਦੁਸਤਾਨੀਆਂ ਦੇ ਦਿਲਾਂ ਤੇ ਪਏ ਸਨ। 17 ਨਵੰਬਰ 1928 ਨੂੰ ਭਾਰਤ ਦੇ ਲਾਲ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਭਗਤ ਸਿੰਘ ਅਤੇ ਉਹਨਾਂ ਦੇ ਸਾਥੀ ਹਿੱਲ ਗਏ। ਲਾਲਾ ਜੀ ਦੀ ਮੌਤ ਦਾ ਬਦਲਾ ਹਰ ਹਾਲਤ ਵਿੱਚ ਲੈਣਾ ਹੈ। ਭਗਵਾਨ ਦਾਸ ਦੇ ਵਿਜੇ ਤੁਸੀਂ ਸਕਾਟ ਦੇ ਆਉਣ ਜਾਣ ਦਾ ਪੂਰਾ ਵੇਰਵਾ ਤਿਆਰ ਕਰੋ। ਮੌਕੇ ਤੇ ਉਸ ਦੀ ਪਛਾਣ ਜੈ ਗੋਪਾਲ ਕਰੇਗਾ। ਮੈਂ ਅਤੇ ਰਾਜਗੁਰੂ ਗੋਲੀ ਮਾਰਾਂਗੇ। 17 ਦਸੰਬਰ 1928 ਨੂੰ ਭਗਤ ਸਿੰਘ ਅਤੇ ਰਾਜਗੁਰੂ ਡੀਏਵੀ ਕਾਲਜ ਲਾਹੌਰ ਦੇ ਗੇਟ ਨਾਲ ਲੱਗਦੇ ਨਿੰਮ ਦੇ ਦਰਖਤ ਪਿੱਛੇ ਖੜੇ ਸਨ। ਮੋਟਰਸਾਈਕਲ ਦੀ ਆਵਾਜ਼ ਦੂਰੋਂ ਨੇੜੇ ਆਉਂਦੀ ਸੁਣਾਈ ਦਿੱਤੀ। ਜੈ ਗੋਪਾਲ ਨੇ ਇਸ਼ਾਰਾ ਕੀਤਾ ਤੇ ਰਾਜਗੁਰੂ ਦੇ ਰਿਵਾਲਵਰ ਤੋਂ ਗੋਲੀ ਚੱਲ ਪਈ। ਮੋਟਰਸਾਈਕਲ ਡਿੱਗ ਪਿਆ। ਪੁਲਿਸ ਵਾਲਾ ਲੋਟਣੀਆਂ ਖਾਣ ਲੱਗਾ। ਭਗਤ ਸਿੰਘ ਨੇ ਠਾਂ ਗੋਲੀਆਂ ਉਸ ਦੀ ਛਾਤੀ ਅੰਦਰ ਉਤਾਰ ਦਿੱਤੀਆਂ। ਜਦੋਂ ਦੋਵੇਂ ਭੱਜਣ ਲੱਗੇ, ਇੱਕ ਪੁਲਿਸ ਵਾਲੇ ਨੇ ਉਹਨਾਂ ਨੂੰ ਦੇਖ ਲਿਆ। ਇਸ ਤੋਂ ਪਹਿਲਾਂ ਕਿ ਉਹ ਉਹਨਾਂ ਵੱਲ ਵਧਦਾ, ਆਜ਼ਾਦ ਨੇ ਉਸ ਨੂੰ ਉੱਥੇ ਹੀ ਢੇਰੀ ਕਰ ਦਿੱਤਾ। पंडित जी, ये तो स्कॉट नहीं सैंडर्स है। सैंडर्स ही सही, डांगा ताई नहीं चलवाइया सन। ਪੁਲਿਸ ਵਿਭਾਗ ਨੇ ਛਾਪੇਮਾਰੀ ਸ਼ੁਰੂ ਕਰ ਦਿੱਤੀ। ਫੜੇ ਜਾਣ ਦਾ ਡਰ ਸੀ। ਭਗਤ ਸਿੰਘ ਜਾਣਦਾ ਸੀ ਕਿ ਅਜੇ ਆਜ਼ਾਦ ਰਹਿਣਾ ਜ਼ਰੂਰੀ ਹੈ। ਭਾਰਤ ਦੀ ਆਜ਼ਾਦੀ ਦਾ ਸੁਪਨਾ ਅੱਖਾਂ ਵਿੱਚ ਸੰਜੋ ਕੇ ਭਗਤ ਸਿੰਘ ਨੇ ਆਪਣੇ ਕੇਸ ਅਤੇ ਦਾੜੀ ਮੁੰਡਵਾ ਲਈ ਅਤੇ ਭੇਸ ਬਦਲ ਕੇ ਭਗਵਤੀ ਚਰਨ ਵੋਰਾ ਦੀ ਪਤਨੀ ਦੁਰਗਾ ਭਾਬੀ ਨਾਲ ਟ੍ਰੇਨਾਂ ਬਦਲਦੇ ਹੋਏ ਬਚਦੇ ਬਚਾਉਂਦੇ ਲਾਹੌਰ ਤੋਂ ਕਲਕੱਤਾ ਪਹੁੰਚ ਗਏ। ਰਾਜਗੁਰੂ ਸੇਵਕ ਬਣ ਉਹਨਾਂ ਦੇ ਨਾਲ ਰਹੇ। 1929 ਵਿੱਚ ਭਗਤ ਸਿੰਘ ਕਲਕੱਤਾ ਤੋਂ ਵਾਪਸ ਭਾਰਤ ਆਏ। ਕੇਂਦਰੀ ਅਸੈਂਬਲੀ ਵਿੱਚ ਕਿਸਾਨਾਂ ਅਤੇ ਮਜ਼ਦੂਰ ਟ੍ਰੇਡ ਯੂਨੀਅਨਸ ਨੂੰ ਕੁਚਲਣ ਲਈ ਪਬਲਿਕ ਸੇਫਟੀ ਬਿੱਲ ਅਤੇ ਟ੍ਰੇਡ ਡਿਸਪਿਊਟਸ ਬਿੱਲ ਪੇਸ਼ ਕੀਤੇ ਗਏ। ਭਗਤ ਸਿੰਘ ਨੇ ਇਸ ਦਾ ਵਿਰੋਧ ਕਰਨ ਬਾਰੇ ਸੋਚਿਆ। ਸਾਥੀਓ, ਅਸੈਂਬਲੀ ਵਿੱਚ ਜਿਹੜੇ ਦਮਨਕਾਰੀ ਬਿੱਲ ਪੇਸ਼ ਕੀਤੇ ਜਾ ਰਹੇ ਹਨ, ਅਸੀਂ ਅਸੈਂਬਲੀ ਅੰਦਰ ਬੰਬ ਧਮਾਕੇ ਨਾਲ ਸਰਕਾਰ ਦੇ ਇਸ ਅੜੀਅਲ ਵਤੀਰੇ ਦਾ ਵਿਰੋਧ ਕਰਾਂਗੇ। ਸਾਡਾ ਮਕਸਦ ਕਿਸੇ ਨੂੰ ਮਾਰਨਾ ਨਹੀਂ, ਸਗੋਂ ਆਪਣੀ ਗੱਲ ਰੱਖਣਾ ਹੈ। ਅਸੀਂ ਭੱਜਾਂਗੇ ਨਹੀਂ, ਉੱਥੇ ਹੀ ਖੜ ਕੇ ਆਪਣੀ ਗੱਲ ਕਹਾਂਗੇ। ਇੱਕ ਵਾਰ ਜਦੋਂ ਅਸੀਂ ਆਪਣੀ ਗੱਲ ਦੁਨੀਆ ਸਾਹਮਣੇ ਰੱਖ ਦਿਆਂਗੇ
ਤਾਂ ਸੰਗਠਨ ਵਿੱਚ ਇੱਕ ਨਹੀਂ ਹਜ਼ਾਰਾਂ ਭਗਤ ਸਿੰਘ ਹੋਣਗੇ। ਜੇ ਅਸੀਂ ਕਾਮਯਾਬ ਨਹੀਂ ਹੁੰਦੇ ਤਾਂ ਦੁਨੀਆ ਸਾਨੂੰ ਅੱਤਵਾਦੀ ਸਮਝੇਗੀ। 8 ਅਪ੍ਰੈਲ 1929 ਦਿਨ ਦੇ 12:30 ਵਜੇ ਅਸੈਂਬਲੀ ਵਿੱਚ ਟ੍ਰੇਡ ਡਿਸਪਿਊਟਸ ਬਿੱਲ ਤੇ ਹੋਈਆਂ ਵੋਟਾਂ ਦੀ ਗਿਣਤੀ ਸ਼ੁਰੂ ਹੋਈ। ਸਰਦਾਰ ਵੱਲਭ ਭਾਈ ਪਟੇਲ, ਮੁਹੰਮਦ ਅਲੀ ਜਿੰਨਾ, ਮੋਤੀਲਾਲ ਨਹਿਰੂ, ਮਦਨ ਮੋਹਨ ਮਾਲਵੀਆ ਦੇ ਨਾਲ ਸਾਈਮਨ ਕਮਿਸ਼ਨ ਵਾਲਾ ਜੌਨ ਸਾਈਮਨ ਵੀ ਉੱਥੇ ਹੀ ਬੈਠਾ ਸੀ। ਸਪੀਕਰ ਵਿਠਲ ਭਾਈ ਪਟੇਲ ਵੋਟਾਂ ਦੀ ਗਿਣਤੀ ਦਰਸਾਉਣ ਲਈ ਅਜੇ ਖੜੇ ਹੋਏ ਹੀ ਸਨ ਕਿ ਇੱਕ ਜ਼ੋਰਦਾਰ ਧਮਾਕਾ ਹੋਇਆ। ਅਸੈਂਬਲੀ ਹਾਲ ਧੂਏ ਨਾਲ ਭਰ ਗਿਆ ਅਤੇ ਬਾਲਕਨੀ ਤੋਂ ਆਵਾਜ਼ ਗੂੰਜੀ, ਇਨਕਲਾਬ ਜ਼ਿੰਦਾਬਾਦ, ਸਾਮਰਾਜਵਾਦ ਖਤਮ ਹੋ, ਡਾਊਨਵਿਦ ਇੰਪੀਰੀਅਲਿਜ਼ਮ, ਦੁਨੀਆ ਦੇ ਮਜ਼ਦੂਰੋ ਇੱਕ ਹੋ। ਭੋਲੇ ਲੋਕਾਂ ਨੂੰ ਸੁਣਾਉਣ ਲਈ ਧਮਾਕੇ ਦੀ ਲੋੜ ਹੁੰਦੀ ਹੈ। ਅਸੀਂ ਇਸ ਵਿਦੇਸ਼ੀ ਹਕੂਮਤ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਅਸੀਂ ਉਸ ਦੇ ਜ਼ਾਲਮ ਕਾਨੂੰਨ ਅਤੇ ਲਾਲਾ ਲਾਜਪਤ ਰਾਏ ਦੇ ਕਤਲ ਦੇ ਖਿਲਾਫ ਇਹ ਕਦਮ ਚੁੱਕਿਆ ਹੈ। ਅਸੀਂ ਇਨਸਾਨੀ ਜ਼ਿੰਦਗੀ ਨੂੰ ਪਾਕ ਸਮਝਦੇ ਹਾਂ। ਅਸੀਂ ਇੱਕ ਅਜਿਹੀ ਦੁਨੀਆ ਵਿੱਚ ਯਕੀਨ ਰੱਖਦੇ ਹਾਂ ਜਿੱਥੇ ਇਨਸਾਨ ਲਈ ਅਮਨ, ਚੈਨ ਅਤੇ ਆਜ਼ਾਦੀ ਹੋਵੇ। ਸਾਨੂੰ ਇਨਸਾਨ ਦਾ ਲਹੂ ਵਹਾਉਣ ਵਿੱਚ ਖੁਸ਼ੀ ਨਹੀਂ ਮਿਲਦੀ, ਪਰ ਇਨਸਾਨ ਵੱਲੋਂ ਇਨਸਾਨ ਤੇ ਕੀਤੇ ਜ਼ੁਲਮ ਨੂੰ ਖਤਮ ਕਰਨ ਲਈ ਇਨਕਲਾਬ ਦੇ ਰਸਤੇ ਤੇ ਕਈ ਵਾਰ ਖੂਨ ਵਹਾਉਣ ਦੀ ਲੋੜ ਪੈ ਹੀ ਜਾਂਦੀ ਹੈ। ਇਨਕਲਾਬ ਜ਼ਿੰਦਾਬਾਦ। ਅਸੈਂਬਲੀ ਹਾਲ ਖਾਲੀ ਹੋ ਗਿਆ, ਪਰ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਨੱਸੇ ਨਹੀਂ, ਉੱਥੇ ਹੀ ਖੜੇ ਰਹੇ ਅਤੇ ਬੋਲੀ ਹਕੂਮਤ ਨੂੰ ਆਪਣੀ ਗੱਲ ਸੁਣਾਉਂਦੇ ਹੋਏ ਗ੍ਰਿਫਤਾਰ ਹੋ ਗਏ। ਹਰ ਥਾਂ ਛਾਪੇਮਾਰੀ ਸ਼ੁਰੂ ਹੋ ਗਈ। ਖੂਫੀਆ ਵਿਭਾਗ ਭਗਤ ਸਿੰਘ ਦੇ ਸਾਥੀਆਂ ਦੀ ਭਾਲ ਵਿੱਚ ਸਰਗਰਮ ਹੋ ਗਿਆ। ਰਾਜਗੁਰੂ ਰਾਹ ਵਿੱਚ ਹੀ ਫੜੇ ਗਏ। ਜੈ ਗੋਪਾਲ ਦੀ ਮੁਖਬਰੀ ਨੇ ਤਬਾਹੀ ਮਚਾ ਦਿੱਤੀ। ਆਗਰਾ, ਲਾਹੌਰ ਦੀਆਂ ਬੰਬ ਫੈਕਟਰੀਆਂ ਤੇ ਛਾਪੇਮਾਰੀ ਹੋਈ। ਯਤੀਂਦਰ ਨਾਥ, ਸ਼ਿਵ ਵਰਮਾ, ਜੈਦੇਵ ਕਪੂਰ, ਸੁਰਿੰਦਰ ਪਾਂਡੇ, ਮਹਾਵੀਰ ਸਿੰਘ, ਕੁੰਦਨ ਪਾਂਡੇ, ਸੁਖਦੇਵ ਇੱਕ ਤੋਂ ਬਾਅਦ ਇੱਕ ਆਜ਼ਾਦੀ ਦੇ ਪਰਵਾਨੇ ਫੜੇ ਜਾਣ ਲੱਗੇ। ਪਰ ਆਜ਼ਾਦ ਹਜੇ ਵੀ ਆਜ਼ਾਦ ਸਨ। ਭਗਤ ਸਿੰਘ ਜਾਣਦੇ ਸੀ ਕਿ ਦੇਸ਼ ਵਿਦੇਸ਼ ਦੀਆਂ ਨਜ਼ਰਾਂ ਉਸ ਤੇ ਟਿਕੀਆਂ ਹੋਈਆਂ ਸਨ। ਉਹ ਹਰ ਮੌਕੇ ਨੂੰ ਇਨਕਲਾਬ ਲਈ ਇਸਤੇਮਾਲ ਕਰਨ ਲੱਗੇ। ਯੋਰ ਆਨਰ, ਅਸੀਂ ਸੁੱਤੀ ਪਈ ਬਰਤਾਨਵੀ ਹਕੂਮਤ ਨੂੰ ਜਗਾਉਣ ਲਈ ਇਹ ਧਮਾਕਾ ਕੀਤਾ। ਅਸੀਂ ਬੋਲੀ ਸਰਕਾਰ ਨੂੰ ਸੁਣਾਉਣ ਲਈ ਧਮਾਕਾ ਕੀਤਾ। ਖਿਆਲੀ ਅਹਿੰਸਾ ਦਾ ਯੁੱਗ ਹੁਣ ਖਤਮ ਹੋ ਗਿਆ। ਅਸੀਂ ਗੁਰੂ ਗੋਬਿੰਦ ਸਿੰਘ, ਸ਼ਿਵਾਜੀ, ਕਮਾਲ ਪਾਸ਼ਾ ਅਤੇ ਲੈਨਿਨ ਦੇ ਆਦਰਸ਼ਾਂ ਦੀ ਚਿਣਗ ਲੈ ਕੇ ਉਹਨਾਂ ਦੇ ਰਸਤੇ ਤੇ ਤੁਰ ਰਹੇ ਹਾਂ। ਸਾਡਾ ਸੁੱਟਿਆ ਬੰਬ ਵਿਨਾਸ਼ਕਾਰੀ ਹੋ ਸਕਦਾ ਸੀ, ਸਾਈਮਨ ਨੂੰ ਵੀ ਮਾਰ ਸਕਦੇ ਸੀ, ਪਰ ਅਜਿਹਾ ਨਹੀਂ ਹੋਇਆ ਕਿਉਂਕਿ ਇਹ ਸਾਡਾ ਇਰਾਦਾ ਨਹੀਂ ਸੀ। ਇਨਕਲਾਬ ਮਨੁੱਖ ਜਾਤ ਦਾ ਹੱਕ ਹੈ ਅਤੇ ਆਜ਼ਾਦੀ ਸਾਡਾ ਪੈਦਾਇਸ਼ੀ ਹੱਕ। ਇਨਕਲਾਬ ਜ਼ਿੰਦਾਬਾਦ। ਦਿੱਲੀ ਸੈਸ਼ਨ ਕੋਰਟ ਵੱਲੋਂ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਮਾਮਲਾ ਹਾਈ ਕੋਰਟ ਵਿੱਚ ਚਲਾ ਗਿਆ। ਭਗਤ ਸਿੰਘ ਆਪਣੇ ਕੇਸ ਵਿੱਚ ਆਪ ਜਿਰਹਾ ਕਰ ਰਹੇ ਸਨ। ਮਕਸਦ ਨੂੰ ਭੁਲਾ ਕੇ ਕਿਸੇ ਬੰਦੇ ਨਾਲ ਇਨਸਾਫ ਨਹੀਂ ਕੀਤਾ ਜਾ ਸਕਦਾ। ਜੇ ਮਕਸਦ ਭੁਲਾ ਦਿੱਤਾ ਜਾਏ ਤਾਂ ਦੁਨੀਆ ਦੇ ਸਾਰੇ ਕਮਾਂਡਰ ਕਾਤਲ ਨਜ਼ਰ ਆਉਣਗੇ। ਕਾਨੂੰਨ ਮਨੁੱਖ ਲਈ ਹੈ, ਮਨੁੱਖ ਕਾਨੂੰਨ ਲਈ ਨਹੀਂ ਹੈ। ਸਾਡਾ ਇਨਕਲਾਬ ਪਿਸਤੌਲ ਅਤੇ ਬੰਬ ਦਾ ਇਨਕਲਾਬ ਨਹੀਂ ਹੈ ਜੱਜ ਸਾਹਿਬ। ਪਿਸਤੌਲ ਅਤੇ ਬੰਬ ਇਨਕਲਾਬ ਨਹੀਂ ਲਿਆਉਂਦੇ, ਸਗੋਂ ਇਨਕਲਾਬ ਦੀ ਤਲਵਾਰ ਵਿਚਾਰਾਂ ਦੀ ਨੋਕ ਤੇ ਤਿੱਖੀ ਹੁੰਦੀ ਹੈ। ਸਾਡੇ ਮਕਸਦ ਨੂੰ ਸਮਝੇ ਬਗੈਰ ਕੋਈ ਫੈਸਲਾ ਲੈਣਾ ਗੈਰ ਵਾਜਿਬ ਨਹੀਂ, ਬੇਇਨਸਾਫੀ ਵਾਲਾ ਵੀ ਹੋਵੇਗਾ। ਰਹੀ ਗੱਲ ਸਜ਼ਾ ਦੀ ਤਾਂ ਇਸ ਦਾ ਸਵਾਲ ਸਾਡੇ ਲਈ ਬੇਮਾਨੀ ਹੈ ਜੱਜ ਸਾਹਿਬ। ਭਗਤ ਸਿੰਘ ਅਤੇ ਬਟੁਕੇਸ਼ਵਰ ਨੂੰ ਅਸੈਂਬਲੀ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਤਾਂ ਸੁਣਾ ਦਿੱਤੀ ਗਈ, ਪਰ ਸੈਂਡਰਸ ਦੀ ਹੱਤਿਆ ਵਾਲੇ ਕੇਸ ਵਿੱਚ ਸੁਣਵਾਈ ਅਜੇ ਵੀ ਜਾਰੀ ਸੀ। ਭਗਤ ਸਿੰਘ ਨੂੰ ਮਿਆਂਵਾਲੀ ਅਤੇ ਬਟੁਕੇਸ਼ਵਰ ਨੂੰ ਲਾਹੌਰ ਜੇਲ੍ਹ ਵਿੱਚ ਭੇਜ ਦਿੱਤਾ ਗਿਆ। ਜੇਲ੍ਹ ਵਿੱਚ ਉਹਨਾਂ ਨਾਲ ਆਮ ਕੈਦੀਆਂ ਵਰਗਾ ਸਲੂਕ ਕੀਤਾ ਜਾ ਰਿਹਾ ਸੀ। ਭਗਤ ਸਿੰਘ ਨੇ ਮਿਆਂਵਾਲੀ ਜੇਲ੍ਹ ਵਿੱਚ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। ਫਿਰ ਕੀ ਸੀ, ਵੇਖਦੇ ਵੇਖਦੇ ਦੇਸ਼ ਦੀਆਂ ਬਾਕੀ ਜੇਲ੍ਹਾਂ ਵਿੱਚ ਵੀ ਹੜਤਾਲ ਸ਼ੁਰੂ ਹੋ ਗਈ। ਉਹਨਾਂ ਦੇ ਸਾਥੀ ਚਾਹੁੰਦੇ ਸਨ ਕਿ ਮੁਕੱਦਮੇ ਦੀ ਕਾਰਵਾਈ ਹੌਲੀ ਹੋਵੇ ਤਾਂ ਜੋ ਉਹਨਾਂ ਨੂੰ ਸਮਾਂ ਮਿਲ ਸਕੇ ਅਤੇ ਉਹ ਆਪਣੀ ਗੱਲ ਦੁਨੀਆ ਤੱਕ ਪਹੁੰਚਾ ਸਕਣ। ਪਰ ਬਰਤਾਨਵੀ ਹਕੂਮਤ ਸੁਣਵਾਈ ਵਿੱਚ ਤੇਜ਼ੀ ਲਿਆਉਣਾ ਚਾਹੁੰਦੀ ਸੀ, ਇਸ ਲਈ ਇੱਕ ਟ੍ਰਾਈਬਿਊਨਲ ਸਥਾਪਿਤ ਕਰ ਦਿੱਤਾ ਗਿਆ। ਭਗਤ ਸਿੰਘ ਨੇ ਸੁਣਵਾਈ ਵਿੱਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ।
ਇਹ ਸਰਕਾਰ ਗੈਰ ਕਾਨੂੰਨੀ ਹੈ, ਇਸ ਦਾ ਇਨਸਾਫ ਢਕੋਸਲਾ ਹੈ। ਇਹ ਗੁੰਡਿਆਂ, ਡਾਕੂਆਂ ਅਤੇ ਲੁਟੇਰਿਆਂ ਦਾ ਗਿਰੋਹ ਹੈ। ਅਸੀਂ ਇਸ ਝੂਠੀ ਅਤੇ ਨਕਲੀ ਸ਼ਾਂਤੀ ਦੀ ਹਿਮਾਇਤੀ ਨਹੀਂ ਹਾਂ, ਜਿਸ ਨੂੰ ਬੁਜ਼ਦਿਲੀ ਨਾਲ ਹਾਸਲ ਕਰਕੇ ਬਰਛੀਆਂ ਬੰਦੂਕਾਂ ਸਹਾਰੇ ਕਾਇਮ ਰੱਖਿਆ ਜਾਏ। ਵਿਰੋਧ ਕਰਨ ਤੇ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੂੰ ਬੇੜੀਆਂ ਵਿੱਚ ਜਕੜ ਲਿਆ ਗਿਆ। ਦੁਪਹਿਰ ਦੀ ਰੋਟੀ ਲਈ ਹਥਕੜੀਆਂ ਖੋਲੀਆਂ ਗਈਆਂ, ਜਿਨ੍ਹਾਂ ਨੂੰ ਦੁਬਾਰਾ ਪਹਿਨਣ ਤੋਂ ਉਹਨਾਂ ਨੇ ਇਨਕਾਰ ਕਰ ਦਿੱਤਾ। ਟ੍ਰਾਈਬਿਊਨਲ ਦੇ ਪ੍ਰਧਾਨ ਕੋਲਡ ਸਟਰੀਮ ਨੇ ਉਹਨਾਂ ਨੂੰ ਗਾਲਾਂ ਕੱਢੀਆਂ ਅਤੇ ਸਿਪਾਹੀ ਉਹਨਾਂ ਤੇ ਡਾਂਗਾਂ ਲੈ ਕੇ ਟੁੱਟ ਪਏ। ਜਸਟਿਸ ਆਗਾ ਹੈਦਰ ਨੇ ਇਸ ਬਰਬਰ ਕਾਰਵਾਈ ਉੱਤੇ ਇਤਰਾਜ਼ ਕੀਤਾ ਅਤੇ ਦਸਤਖਤ ਕਰਨ ਤੋਂ ਮਨਾ ਕਰ ਦਿੱਤਾ। ਹੱਦ ਤਾਂ ਤਦ ਹੋਈ ਜਦੋਂ ਵਾਇਸ ਰਾਏ ਲਾਰਡ ਅਰਵਿਨ ਨੇ ਨਵਾਂ ਟ੍ਰਾਈਬਿਊਨਲ ਬਣਾ ਕੇ ਮੁਲਜ਼ਮਾਂ ਦੀ ਗੈਰ ਹਾਜ਼ਰੀ ਵਿੱਚ ਕੇਸ ਦੀ ਸੁਣਵਾਈ ਦਾ ਆਦੇਸ਼ ਦੇ ਦਿੱਤਾ। ਜ਼ਾਲਮ ਹਕੂਮਤ ਦਾ ਇਹ ਨਵਾਂ ਇਨਸਾਫ ਸੀ, ਜਿੱਥੇ ਮੁੱਦਈ ਵੀ ਉਹੀਓ ਸੀ ਅਤੇ ਗਵਾਹ ਵੀ ਉਹੀਓ। 300 ਸਫ਼ਿਆਂ ਦਾ ਫੈਸਲਾ ਸੁਣਾਇਆ ਗਿਆ। ਬਟੂਕੇਸ਼ਵਰ ਦੱਤ ਨੂੰ ਕਾਲੇ ਪਾਣੀ ਦੀ ਸਜ਼ਾ ਹੋਈ। ਭਗਤ ਸਿੰਘ, ਸੁਖਦੇਵ ਥਾਪਰ ਅਤੇ ਸ਼ਿਵਰਾਮ ਰਾਜਗੁਰੂ ਨੂੰ ਸੈਂਡਰਸ ਦੇ ਕਤਲ ਲਈ ਫਾਂਸੀ ਦੀ ਸਜ਼ਾ ਸੁਣਾਈ ਗਈ। ਦਿਨ ਤੈਅ ਕੀਤਾ ਗਿਆ 24 ਮਾਰਚ 1931। 27 ਫਰਵਰੀ 1931 ਨੂੰ ਚੰਦਰਸ਼ੇਖਰ ਆਜ਼ਾਦ ਦੀ ਮੌਤ ਦੀ ਖਬਰ ਮਿਲੀ। ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਨੇ ਆਪਣਾ ਨੇਤਾ ਗਵਾ ਦਿੱਤਾ। ਇੱਕ ਤੋਂ ਬਾਅਦ ਇੱਕ ਸਾਰੇ ਸਾਥੀ ਵਿਛੜਦੇ ਜਾ ਰਹੇ ਸਨ, ਪਰ ਸੰਗਰਾਮ ਦੀ ਲੌ ਹਜੇ ਵੀ ਭਖ ਰਹੀ ਸੀ। ਆਜ਼ਾਦ ਦੀ ਮੌਤ ਦੇ 3 ਦਿਨਾਂ ਬਾਅਦ ਭਗਤ ਸਿੰਘ ਨੇ ਬਟੂਕੇਸ਼ਵਰ ਦੱਤ ਨੂੰ ਇੱਕ ਖਤ ਲਿਖਿਆ। ਪਿਆਰੇ ਵੀਰ ਬਟੂਕੇਸ਼ਵਰ, ਮੈਨੂੰ ਮੌਤ ਦੀ ਸਜ਼ਾ ਹੋਈ ਤੇ ਤੈਨੂੰ ਉਮਰ ਕੈਦ। ਤੁਸੀਂ ਜੀਓਗੇ ਅਤੇ ਜਿਉਂਦੇ ਰਹਿ ਕੇ ਤੂੰ ਦੁਨੀਆ ਨੂੰ ਵਿਖਾ ਦੇਣਾ ਹੈ ਕਿ ਇਨਕਲਾਬੀ ਆਪਣੇ ਆਦਰਸ਼ਾਂ ਲਈ ਸਿਰਫ ਮਰ ਹੀ ਨਹੀਂ ਸਕਦੇ, ਸਗੋਂ ਜਿਉਂਦੇ ਹੋਏ ਵੀ ਹਰ ਤਰ੍ਹਾਂ ਦੇ ਤਸੀਹਿਆਂ ਦਾ ਮੁਕਾਬਲਾ ਕਰ ਸਕਦੇ ਹਨ। हवा में रहेगी मेरे ख्याल की बिजली, ये मुश्त खाक है फानी, रहे रहे या रहे। ਬ੍ਰਿਟਿਸ਼ ਸਰਕਾਰ ਭਗਤ ਸਿੰਘ ਦੀ ਫਾਂਸੀ ਨੂੰ ਲੈ ਕੇ ਡਰੀ ਹੋਈ ਸੀ। ਉਸ ਨੂੰ ਡਰ ਸੀ ਕਿ ਕੋਈ ਹੰਗਾਮਾ ਜਾਂ ਬਲਵਾ ਨਾ ਹੋ ਜਾਏ। ਇਸ ਲਈ 24 ਮਾਰਚ ਦੀ ਬਜਾਏ 23 ਮਾਰਚ 1931 ਨੂੰ ਹੀ ਫਾਂਸੀ ਦੇਣ ਦਾ ਹੁਕਮ ਜਾਰੀ ਕਰ ਦਿੱਤਾ ਗਿਆ। ਲਾਹੌਰ ਜੇਲ੍ਹ ਦਾ ਚੀਫ ਵਾਰਡਨ ਸਰਦਾਰ ਚਤਰ ਸਿੰਘ ਖਬਰ ਮਿਲਦਿਆਂ ਸਾਰ ਭਗਤ ਸਿੰਘ ਨੂੰ ਮਿਲਣ ਗਿਆ। ਭਗਤ, ਫਾਂਸੀ ਦਾ ਵਕਤ ਬਦਲ ਗਿਆ ਹੈ ਕਾਕੇ। ਆਖਰੀ ਵੇਲਾ ਹੈ। ਵਾਹਿਗੁਰੂ ਜੀ ਦਾ ਨਾਮ ਲੈ, ਅਰਦਾਸ ਕਰ ਲੈ ਪੁੱਤਰ। ਸਰਦਾਰ ਸਾਹਿਬ, ਹੁਣ ਅਖੀਰੀ ਵੇਲੇ ਜੇ ਮੈਂ ਵਾਹਿਗੁਰੂ ਨੂੰ ਯਾਦ ਕਰਦਾ ਤਾਂ ਵਾਹਿਗੁਰੂ ਨੇ ਕਹਿਣਾ ਹੈ ਭਗਤ ਸਿੰਘ ਬੁਜ਼ਦਿਲ ਨਿਕਲਿਆ। ਲੋਕੀ ਮੇਰੇ ਤੇ ਇਲਜ਼ਾਮ ਲਾਉਂਦੇ ਨੇ ਕਿ ਭਗਤ ਸਿੰਘ ਨਾਸਤਕ ਹੈ, ਰੱਬ ਨੂੰ ਨਹੀਂ ਮੰਨਦਾ। ਪਰ ਇਹ ਇਲਜ਼ਾਮ ਤਾਂ ਕੋਈ ਨਹੀਂ ਲਾਏਗਾ ਕਿ ਭਗਤ ਸਿੰਘ ਬੁਜ਼ਦਿਲ ਅਤੇ ਬੇਈਮਾਨ ਸੀ। ਮੌਤ ਨੂੰ ਸਾਹਮਣੇ ਵੇਖ ਕੰਬ ਗਿਆ। ਮੈਂ ਅਜੇ ਲੈਨਿਨ ਦੀ ਜੀਵਨੀ ਪੜ੍ਹ ਰਿਹਾ। ਉਸੇ ਵਕਤ ਜੇਲ੍ਹ ਸਟਾਫ ਭਗਤ ਸਿੰਘ ਨੂੰ ਲੈਣ ਆ ਗਿਆ। ਤੁਹਾਨੂੰ ਹੁਣੇ ਸਾਡੇ ਨਾਲ ਚੱਲਣਾ ਪਵੇਗਾ, ਸਮਾਂ ਹੋ ਗਿਆ ਹੈ। 2 ਪਲ ਠਹਿਰ ਵੀਰ, ਰੁਕਾਵਟ ਨਾ ਪਾ। ਇੱਕ ਇਨਕਲਾਬੀ ਅਜੇ ਦੂਜੇ ਇਨਕਲਾਬੀ ਨਾਲ ਮਿਲ ਰਿਹਾ ਹੈ। ਭਗਤ ਸਿੰਘ ਉੱਠੇ ਅਤੇ ਆਪਣੀ ਮੰਜ਼ਿਲ ਵੱਲ ਤੁਰ ਪਏ। ਸਾਥੀ ਸਨ ਸੁਖਦੇਵ ਥਾਪਰ ਅਤੇ ਸ਼ਿਵਰਾਮ ਰਾਜਗੁਰੂ। ਫਾਂਸੀ ਦੇ ਤਖਤੇ ਵੱਲ ਵਧਦੇ ਇਨਕਲਾਬੀਆਂ ਦੇ ਕਦਮ ਬਰਤਾਨਵੀ ਹਕੂਮਤ ਦੀ ਛਾਤੀ ਉੱਤੇ ਹਥੌੜੇ ਵਾਂਗ ਵੱਜਣ ਲੱਗੇ। ਫਿਜ਼ਾ ਵਿੱਚ ਇਨਕਲਾਬ ਜ਼ਿੰਦਾਬਾਦ, ਡਾਊਨ ਵਿਦ ਇੰਪੀਰੀਅਲਿਜ਼ਮ ਦਾ ਨਾਰਾ ਗੂੰਜ ਉੱਠਿਆ। ਤਿੰਨਾਂ ਨੇ ਇੱਕ ਦੂਜੇ ਵੱਲ ਵੇਖਿਆ, ਮੁਸਕਰਾਏ, ਇਨਕਲਾਬ ਦਾ ਨਾਰਾ ਬੁਲੰਦ ਕੀਤਾ ਤੇ ਫਾਂਸੀ ਦੇ ਫੰਦੇ ਤੇ ਲਟਕ ਗਏ। ਸ਼ਾਮ ਦੇ 7:30 ਵਜੇ ਭਾਰਤ ਮਾਤਾ ਦੇ 3 ਸਪੂਤ ਦੇਸ਼ ਲਈ ਕੁਰਬਾਨ ਹੋ ਗਏ। ਬਰਤਾਨਵੀ ਹਕੂਮਤ ਜ਼ਿੰਦਾ ਭਗਤ ਸਿੰਘ ਤੋਂ ਵੀ ਜ਼ਿਆਦਾ ਮ੍ਰਿਤਕ ਭਗਤ ਸਿੰਘ ਤੋਂ ਡਰਨ ਲੱਗੀ ਸੀ।
ਇਹਨਾਂ ਤਿੰਨਾਂ ਦੀਆਂ ਲਾਸ਼ਾਂ ਨੂੰ ਰਾਤ ਵੇਲੇ ਹੇਠਾਂ ਉਤਾਰਿਆ ਗਿਆ। ਲਾਹੌਰ ਸੈਂਟਰਲ ਜੇਲ੍ਹ ਦੀ ਪਿਛਲੀ ਕੰਧ ਤੋੜ ਕੇ ਇੱਕ ਲਾਰੀ ਨੂੰ ਅੰਦਰ ਲਿਆਉਂਦਾ ਗਿਆ। ਲਾਸ਼ਾਂ ਨੂੰ ਲਾਰੀ ਵਿੱਚ ਸੁੱਟਿਆ ਗਿਆ। ਲਾਰੀ ਰਾਤ ਦੇ ਸਿਆਹ ਹਨੇਰੇ ਵਿੱਚ ਗਾਇਬ ਹੋ ਗਈ। ਸ਼ਹਿਰ ਤੋਂ 40 ਕਿਲੋਮੀਟਰ ਦੂਰ ਸਤਲੁਜ ਦੇ ਕੰਢੇ ਹੁਸੈਨੀਵਾਲਾ ਦੇ ਲਾਗੇ ਲਾਰੀ ਰੁਕੀ। ਡੇਰੇ ਸਹਿਮੇ ਕਾਲੇ ਪਰਛਾਵਿਆਂ ਨੇ ਤਿੰਨਾਂ ਦੀਆਂ ਲਾਸ਼ਾਂ ਨੂੰ ਸਤਲੁਜ ਪੁਲ ਦੇ ਪਿਲਰ ਨੰਬਰ 13 ਦੇ ਕੋਲ ਥੱਲੇ ਲਾਇਆ। ਉਹਨਾਂ ਦੇ ਟੋਟੇ ਕੀਤੇ ਅਤੇ ਅੱਗ ਦੇ ਹਵਾਲੇ ਕਰ ਦਿੱਤਾ। ਉਹ ਇੰਨੇ ਡਰੇ ਹੋਏ ਸਨ ਕਿ ਉਹਨਾਂ ਨੇ ਲਾਸ਼ਾਂ ਦੇ ਪੂਰੀ ਤਰ੍ਹਾਂ ਸੜਨ ਦਾ ਇੰਤਜ਼ਾਰ ਵੀ ਨਹੀਂ ਕੀਤਾ ਅਤੇ ਅੱਧ ਸੜੀਆਂ ਲਾਸ਼ਾਂ ਨੂੰ ਛੱਡ ਕੇ ਭੱਜ ਗਏ। ਦੂਜੇ ਦਿਨ ਸਵੇਰੇ ਜਦੋਂ ਪਿੰਡ ਦੇ ਕੁਝ ਲੋਕਾਂ ਨੇ ਅੱਧ ਸੜੀਆਂ ਲਾਸ਼ਾਂ ਅਤੇ ਵੱਢਣ ਵਾਲੇ ਸੰਦ ਵੇਖੇ ਤਾਂ ਉੱਥੇ ਹਫੜਾ ਤਫੜੀ ਮਚ ਗਈ। ਪੰਜਾਬ ਦੀ ਧਰਤੀ ਨੇ ਆਪਣੇ ਲਾਲ ਨੂੰ ਪਛਾਣ ਲਿਆ। ਲੋਕਾਂ ਦਾ ਹਜੂਮ ਉਮੜ ਪਿਆ। ਲਾਹੌਰ ਤੋਂ ਆਏ ਲੋਕਾਂ ਨੇ ਤਿੰਨਾਂ ਸ਼ਹੀਦਾਂ ਦੇ ਬਾਕੀ ਬਚੇ ਅੰਸ਼ਾਂ ਨੂੰ ਸਾਂਭਿਆ ਅਤੇ ਇੱਕ ਬਹੁਤ ਵੱਡੇ ਜਲੂਸ ਨੇ ਸਤਲੁਜ ਦੇ ਕੰਢੇ ਤਿੰਨਾਂ ਸ਼ਹੀਦਾਂ ਦਾ ਦੁਬਾਰਾ ਸੰਸਕਾਰ ਕੀਤਾ। ਇਨਕਲਾਬ ਦੇ ਨਾਰੇ ਲੱਗਦੇ ਰਹੇ। 15 ਅਗਸਤ 1947 ਨੂੰ ਆਜ਼ਾਦੀ ਤਾਂ ਮਿਲੀ, ਪਰ ਦੇਸ਼ ਟੁਕੜਿਆਂ ਵਿੱਚ ਵੰਡਿਆ ਗਿਆ। 15 ਅਗਸਤ 1947 ਦੀ ਸਵੇਰ ਜਦ ਲੋਕੀ ਸੋ ਕੇ ਉੱਠੇ, ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਉਹਨਾਂ ਦਾ ਦੇਸ਼ ਕਿਹੜਾ ਹੈ। ਉਹ ਹਿੰਦੁਸਤਾਨ ਵਿੱਚ ਹਨ ਜਾਂ ਪਾਕਿਸਤਾਨ 'ਚ। ਚਾਰੇ ਪਾਸੇ ਮਾਰਕਾਟ ਤੇ ਤਬਾਹੀ ਮਚ ਗਈ ਸੀ। ਸਭ ਤੋਂ ਜ਼ਿਆਦਾ ਤਬਾਹੀ ਪੰਜਾਬ ਦੀਆਂ ਜ਼ਮੀਨਾਂ ਅਤੇ ਬਾਸ਼ਿੰਦਿਆਂ ਦੀ ਹੋਈ। ਫਿਰੋਜ਼ਪੁਰ, ਗੰਡਾ ਸਾਹਿਬ ਅਤੇ ਹੁਸੈਨੀਵਾਲਾ ਦਾ ਇਹ ਰੇਲਵੇ ਸਟੇਸ਼ਨ ਉਸ ਤਬਾਹੀ ਦੀ ਜਿਉਂਦੀ ਜਾਗਦੀ ਯਾਦਗਾਰ ਹੈ। ਇਹੀ ਹੁਸੈਨੀਵਾਲਾ ਰੇਲਵੇ ਸਟੇਸ਼ਨ, ਜਿਸ ਨੂੰ ਲਾਹੌਰ ਦਾ ਗੇਟਵੇ ਕਿਹਾ ਜਾਂਦਾ ਸੀ, ਜਿੱਥੋਂ 1885 ਚ ਪਹਿਲੀ ਵਾਰ ਰੇਲ ਗੱਡੀ ਕਸੂਰ ਅਤੇ ਲਾਹੌਰ ਤੋਂ ਪਿਸ਼ਾਵਰ ਗਈ ਸੀ। 1947 ਚ ਰੈੱਡ ਕਲਿਫ ਲਾਈਨ ਬਣਨ ਨਾਲ ਪੀਰ ਬਾਬਾ ਹੁਸੈਨੀਵਾਲਾ ਦੀ ਇਹ ਜ਼ਮੀਨ ਪਾਕਿਸਤਾਨ ਵਾਲੇ ਪਾਸੇ ਚਲੀ ਗਈ ਸੀ। ਨਾਲ ਹੀ ਸ਼ਹੀਦ ਆਜ਼ਮ ਭਗਤ ਸਿੰਘ, ਸੁਖਦੇਵ ਥਾਪਰ ਅਤੇ ਸ਼ਿਵਰਾਮ ਰਾਜਗੁਰੂ ਦੀਆਂ ਸਮਾਧੀਆਂ ਪਾਕਿਸਤਾਨ ਦੀ ਜ਼ਮੀਨ ਦਾ ਹਿੱਸਾ ਬਣ ਗਈਆਂ ਸਨ। ਇਹਨਾਂ ਨੂੰ ਵਾਪਸ ਹਿੰਦੁਸਤਾਨ 'ਚ ਮਿਲਾਉਣ ਦੀ ਕਵਾਇਦ ਸ਼ੁਰੂ ਹੋਈ ਅਤੇ 1961 ਵਿੱਚ ਫਿਰੋਜ਼ਪੁਰ ਅਤੇ ਫਾਜ਼ਿਲਕਾ ਦੇ 12 ਪਿੰਡ ਦੇ ਕੇ ਪੀਰ ਬਾਬਾ ਹੁਸੈਨੀਵਾਲਾ ਤੇ ਸ਼ਹੀਦਾਂ ਦੀਆਂ ਸਮਾਧੀਆਂ ਨੂੰ ਹਿੰਦੁਸਤਾਨ 'ਚ ਸ਼ਾਮਿਲ ਕਰ ਲਿਆ ਗਿਆ। 1965 ਦੀ ਜੰਗ ਤੋਂ ਬਾਅਦ ਬਾਰਡਰ ਪਾਰ ਤੋਂ ਰੇਲ ਗੱਡੀਆਂ ਦੀ ਆਵਾਜਾਈ ਰੋਕ ਦਿੱਤੀ ਗਈ। ਹੁਸੈਨੀਵਾਲਾ ਰੇਲਵੇ ਸਟੇਸ਼ਨ ਦੀ ਰੌਣਕ ਫਿੱਕੀ ਪੈਂਦੀ ਗਈ। ਸਟੇਸ਼ਨ ਉਜੜ ਗਿਆ। ਨਿਸ਼ਾਨੀ ਵਜੋਂ ਰਹਿ ਗਏ ਉਜਾੜ ਤੇ ਸੁਨਸਾਨ ਰੇਲਵੇ ਟਰੈਕ ਅਤੇ ਬੁੱਢੇ ਪਿੱਪਲ ਦਾ ਰੁੱਖ। ਸਨ 1971 ਚ ਪਾਕਿਸਤਾਨ ਨੇ ਫੇਰ ਹਮਲਾ ਕੀਤਾ। ਹੁਸੈਨੀਵਾਲਾ ਵੱਲ ਵੱਧਦੇ ਦੁਸ਼ਮਣ ਤੋਂ ਬਚਾਉਣ ਲਈ ਭਾਰਤੀ ਫੌਜ ਨੇ ਸਤਲੁਜ ਦਰਿਆ ਤੇ ਬਣੇ ਪੁਲ ਨੂੰ ਧਮਾਕਾ ਕਰਕੇ ਉਡਾ ਦਿੱਤਾ। दुश्मन की फौज दरिया पार ही खड़ी रह गई। पीरां, फकीरां, आशकां ते शहीदां दा ये स्थान सिर्फ जमीन दा एक टुकड़ा नहीं है, ये निशानी है आज़ादी दे जज्बे दी। इत्थे हर साल विसाखी दा मेला जुड़दा है। हर साल खास तौर ते 23 मार्च अते 13 अप्रैल नूं इत्थे 2 गड्डियां चलाईयां जांदियां हन। हर दिन फौजी सरहद ते कदम ताल करते हैं। गूंजदी है भारत माता दी जय दी आवाज। पंजाबी गबरू केसरिया साफा बन के भगत सिंह, सुखदेव अते राजगुरु के जज्बे नूं अपने दिलों में संजो के बोल उठते हैं, इनकलाब जिंदाबाद। मेरा रंग